ਕਿ 6 ਮਹੀਨੇ ਪਹਿਲਾਂ ਭੰਗ ਕਰਨ ਦੀ ਜ਼ਰੂਰਤ ਕੀ ਸੀ। ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਧੋਖਾ ਕੀਤਾ ਹੈ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ, ਜਿਨ੍ਹਾਂ ਨੇ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣੇ। ਗੌਰਵ ਜੀ, ਲੱਗਦਾ ਸਿਆਸੀ ਪਾਰਟੀਆਂ ਜਿਹੜੀਆਂ ਸਾਡੀ ਵਿਰੋਧੀ ਪਾਰਟੀਆਂ ਨੇ, ਇਹ ਇਹਨਾਂ ਨੂੰ ਆਲੋਚਨਾ ਕਰਨੀ ਆਉਂਦੀ ਹੈ, ਤਾਰੀਫ ਕਰਨਾ ਤਾਂ ਸ਼ਾਇਦ ਇਹ ਭੁੱਲ ਹੀ ਗਈਆਂ ਨੇ। ਜਿਹੜਾ ਮੈਂ ਇਹ ਵੀ ਤੁਹਾਡਾ ਜਵਾਬ ਵੀ ਦਿੰਦਾ, ਪਰ ਪਹਿਲਾਂ ਜਿਹੜਾ ਸੀਐਮ ਸਾਹਿਬ ਦੀ ਅੱਜ ਦੀ ਜਿਹੜੀ ਸਟੇਟਮੈਂਟ ਹੈਗੀ ਹੈ, ਉਹਦੇ ਜਿਹੜੇ ਮਾਇਨੇ ਹੈਗੀ ਹੈ ਉਹ ਬਹੁਤ ਡੂੰਘੇ ਹੈਗੇ ਆ। ਕਿ ਜਿਹੜੀ ਪੰਚਾਇਤਾਂ ਹੁੰਦੀਆਂ ਉਹ ਮਿੰਨੀ ਪਾਰਲੀਮੈਂਟ ਹੁੰਦੀਆਂ, ਤੇ ਜਿਹੜੀਆਂ ਪੰਚਾਇਤਾਂ ਨੇ ਉਹ ਇੱਕ ਕਿਸੇ ਸਿਆਸੀ ਧਿਰ ਦੀਆਂ ਨਾ ਹੋ ਕੇ ਪਿੰਡ ਦੀਆਂ ਪੰਚਾਇਤਾਂ ਹੋਣੀਆਂ ਚਾਹੀਦੀਆਂ, ਪਿੰਡ ਦੇ ਪੰਚ ਹੋਣੇ ਚਾਹੀਦੇ, ਪਿੰਡ ਦੇ ਸਰਪੰਚ ਹੋਣੇ ਚਾਹੀਦੇ ਆ। ਸਾਨੂੰ ਇਹ ਸਮਝਣਾ ਪਏਗਾ ਅੱਜ ਤੱਕ ਕਿੰਨੇ ਕੁ ਮੁੱਖ ਮੰਤਰੀ, ਕਿੰਨੀਆਂ ਕੁ ਪੋਲੀਟੀਕਲ ਪਾਰਟੀਆਂ ਹੋਈਆਂ ਨੇ ਜਿਨ੍ਹਾਂ ਨੇ ਇਹ ਗੱਲ ਆਖੀ ਹੈ। ਮੁੱਖ ਮੰਤਰੀ ਸਾਹਿਬ ਨੇ ਗੱਲ ਇਕੱਲੇ ਕਿਸੇ ਬੀਜੇਪੀ ਲਈ, ਅਕਾਲੀ ਦਲ ਲਈ ਜਾਂ ਕਾਂਗਰਸ ਲਈ ਨਹੀਂ ਆਖੀ। ਇਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਰੱਖਿਆ ਹੈਗਾ ਕਿ ਜਿਹੜੀ ਸਰਕਾਰ ਹੈ ਉਹ ਪਿੰਡ ਦੀ ਹੋਣੀ ਚਾਹੀਦੀ ਹੈਗੀ ਹੈ। ਔਰ ਦੂਸਰੀ ਗੱਲ, ਇਹਨਾਂ ਨਾਰਿਆਂ ਦੇ ਨਾਲ, ਇਹਨਾਂ ਸਿਆਸੀ ਵਖਰੇਵਿਆਂ ਦੇ ਨਾਲ ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਜਿਹੜਾ ਉਹ ਨੁਕਸਾਨ ਹੋਇਆ। ਇਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਜਿਹੜੀਆਂ ਪੰਚਾਇਤਾਂ ਨੇ ਪਿੰਡ ਦੀ ਦਿਲ ਅਤੇ ਪਿੰਡ ਦੀ ਰੂਹ ਹੁੰਦੀਆਂ ਨੇ, ਜਿੱਥੇ ਕਿ ਸਾਰੇ ਮਸਲੇ ਜਿਹੜੇ ਉਹ ਸਾਂਝੇ ਤੌਰ ਤੇ ਵਿਚਾਰੇ ਜਾਣੇ ਚਾਹੀਦੇ ਆ, ਵਿਚਾਰਦੇ ਆ, ਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਇਹਨਾਂ ਨੇ ਕੰਮ ਕਰਨੇ ਹੁੰਦੇ ਆ। ਤੇ ਸਾਨੂੰ ਇਹ ਸਮਝਣਾ ਚਾਹੀਦਾ, ਜਿੱਥੇ ਅੰਗਰੇਜ਼ਾਂ ਨੇ ਸਾਡੇ ਮੁਲਕ ਦਾ ਨੁਕਸਾਨ ਕੀਤਾ ਸਾਨੂੰ ਵੰਡ ਕੇ, ਇਹਨਾਂ ਪਾਰਟੀਆਂ ਨੇ ਵੀ ਜਿਹੜਾ ਪਿਛਲੇ ਸਮੇਂ ਦੇ ਵਿੱਚ, ਪਿਛਲੇ 70 ਸਾਲਾਂ ਦੇ ਵਿੱਚ ਪਿੰਡ ਦੀ ਪੰਚਾਇਤ ਨਾ ਚੁਣ ਕੇ ਜਿਹੜਾ ਹੈਗਾ ਸਿਆਸੀ ਪਾਰਟੀ ਦੀਆਂ ਪੰਚਾਇਤਾਂ ਚੁਣੀਆਂ, ਉਹਨੇ ਸਾਡਾ ਉਹ ਨੁਕਸਾਨ ਕੀਤਾ ਆ। ਹੁਣ ਤੁਸੀਂ ਗੱਲ ਕਰ ਰਹੇ ਆ ਕਿ ਪੰਚਾਇਤਾਂ ਪਹਿਲਾਂ ਭੰਗ ਕਿਉਂ ਕੀਤੀਆਂ, ਇਹ ਕੋਈ ਜਾਨੀ ਕਿ ਗੈਰ ਕਾਨੂੰਨੀ ਕੰਮ ਨਹੀਂ ਹੈਗਾ, ਸਰਕਾਰ ਦੇ ਪ੍ਰੋਵੋਗੇਟਿਵ ਦੇ ਵਿੱਚ ਹੈਗਾ। ਅੱਜ ਵੀ ਜਿਹੜੀਆਂ ਹਾਈ ਕੋਰਟ ਦੇ ਵਿੱਚ ਅਸੀਂ ਗੱਲ ਕਰੀਏ, 8 ਪਟੀਸ਼ਨਾਂ ਪਈਆਂ ਨੇ, ਹਾਈ ਕੋਰਟ ਨੇ ਵੀ ਇਸ ਨੂੰ ਕੋਈ ਸਟੇ ਨਹੀਂ ਕੀਤਾ। ਜੇ ਇਹ ਗਲਤ ਹੋਇਆ ਹੁੰਦਾ ਤਾਂ ਹਾਈ ਕੋਰਟ ਸਟੇ ਕਰਦੀ। ਹਾਈ ਕੋਰਟ ਨੇ 28 ਤਰੀਕ ਨੂੰ ਇਸ ਦਾ ਜਵਾਬ ਮੰਗਿਆ ਹੈਗਾ। ਔਰ ਤੁਸੀਂ ਆਪਾਂ ਇਹ ਗੱਲ ਕਿਉਂ ਭੁੱਲ ਜਾਂਦੇ ਹੈਗੇ ਆ ਕਿ ਪਿਛਲੀਆਂ ਵਾਰੀ ਜਦੋਂ ਪੰਚਾਇਤੀ ਚੋਣਾਂ ਹੋਈਆਂ ਸੀ, ਤੇ ਜਿਸ ਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਕਿ 10 ਜਨਵਰੀ 2024 ਤੱਕ ਇਹ ਚੱਲਣੀਆਂ ਚਾਹੀਦੀਆਂ ਸੀ, ਜੇਕਰ ਹੁਣ ਤੁਸੀਂ ਪੰਚਾਇਤਾਂ ਨੂੰ ਚੁਣ ਕੇ, ਸਰਪੰਚਾਂ ਨੂੰ ਚੁਣ ਕੇ ਉਹਨਾਂ ਨੂੰ ਜਿਹੜਾ ਹੈਗਾ ਅਹੁਦੇ ਦੀ ਸਹੁੰ ਚੁਕਾਉਣ ਦੇ ਵਿੱਚ ਇੰਨਾ ਸਮਾਂ ਲਗਾਓਗੇ, ਇਹਦੇ ਵਿੱਚ ਕਿਸ ਦਾ ਕੀ ਕਸੂਰ। ਔਰ ਦੂਸਰੀ ਗੱਲ, ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ, ਅਸੀਂ ਇਹ ਵੀ ਦੇਖਦੇ ਹੈਗੇ ਬਹੁਤ ਸਾਰੀਆਂ ਸ਼ਿਕਾਇਤਾਂ ਇਦਾਂ ਦੀਆਂ ਆ ਰਹੀਆਂ ਹੈਗੀਆਂ। ਅਸੀਂ ਆਖਰੀ ਸਮੇਂ ਦੇ ਵਿੱਚ ਜਾ ਕੇ ਜਿਸ ਤਰੀਕੇ ਦਾ ਜਿਹੜੀ ਕਿ ਫੰਡਾਂ ਦੀ ਦੁਰਵਰਤੋਂ ਹੁੰਦੀ ਹੈਗੀ ਹੈ, ਉਹ ਫੰਡਾਂ ਦੀ ਦੁਰਵਰਤੋਂ ਰੋਕਣਾ ਵੀ ਬਹੁਤ ਜ਼ਰੂਰੀ ਸੀ। ਜਿਹੜਾ ਚੱਲਦਾ ਹੋਇਆ ਕੰਮ ਹੈ ਉਹ ਬੰਦ ਨਹੀਂ ਹੋਏਗਾ, ਨਵਾਂ ਜਿਹੜਾ ਕੰਮ ਹੈ ਡੈਫੀਨਿਟਲੀ ਜਿਹੜਾ ਹੈਗਾ ਉਸ ਦੇ ਉੱਤੇ ਰੋਕ। ਠੀਕ ਹੈ, ਮੈਂ ਥੋੜਾ ਜਿਹਾ ਛੋਟਾ ਜਿਹਾ ਜਵਾਬ ਦਿਓ ਸਰ। ਮੈਂ 2-3 ਚੀਜ਼ਾਂ ਕਲੀਅਰ ਕਰਨਾ ਚਾਹੁੰਦਾ। ਤੁਹਾਨੂੰ ਲੱਗ ਰਿਹਾ ਕਿ ਜਿਹੜੀਆਂ ਪਿਛਲੀ ਵਾਰ 2018 ਜਾਂ 2019 ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਚੋਣਾਂ ਹੋਈਆਂ ਸੀ, ਉਸ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਇੰਟਰਫੇਰੈਂਸ ਬਹੁਤ ਸੀ, ਤੇ ਇਸ ਵਾਰ ਨਹੀਂ ਹੋਏਗੀ? ਤੁਸੀਂ ਕੀ ਕਹਿ ਰਹੇ ਹੋ? ਮੈਨੂੰ ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਮੈਂ ਸਮਝਣਾ ਚਾਹ ਰਿਹਾ, ਤੁਸੀਂ ਕਹਿ ਰਹੇ ਹੋ ਕਿ ਪਿੰਡਾਂ ਦੀਆਂ ਪੰਚਾਇਤਾਂ ਨਹੀਂ ਚੁਣੀਆਂ ਗਈਆਂ ਲਾਸਟ ਟਾਈਮ ਜਦੋਂ ਇਲੈਕਸ਼ਨ ਹੋਈ 2018-19 ਦੇ ਵਿੱਚ, ਤੇ ਇਸ ਵਾਰ ਉਹ ਕਿਹੜਾ ਫਾਰਮੂਲਾ ਹੋਏਗਾ ਕਿ ਪਿੰਡਾਂ ਦੀਆਂ ਹੀ ਜਿਹੜੀਆਂ ਉੱਥੇ ਚੁਣੀਆਂ ਜਾਣ ਪੰਚਾਇਤਾਂ? ਮੈਂ ਇਹ ਚੀਜ਼ ਬਿਲਕੁਲ ਐਕਸਪਲੇਨ ਕਰਨਾ ਚਾਹੁੰਦਾ ਹੈਗਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮੁੱਖ ਮੰਤਰੀ ਪਿੰਡ ਏਕਤਾ ਸਨਮਾਨ 5 ਲੱਖ ਰੁਪਏ ਦੀ ਜਿਹੜੀ ਹੈ ਉਹ ਐਲਾਨ ਕੀਤਾ ਹੈਗਾ, ਔਰ ਇਸ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਚਾਰਿਤ ਕੀਤਾ ਜਾਏਗਾ, ਇੱਕ ਮੁਹਿੰਮ ਦੇ ਤਹਿਤ ਪ੍ਰਚਾਰਿਤ ਕੀਤਾ ਜਾਏਗਾ, ਤਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਧੜੇਬੰਦੀ ਨਾ ਹੋਵੇ, ਪਿੰਡ ਜਿਹੜੇ ਉਹ ਸਾਂਝੇ ਤੌਰ ਤੇ ਪੰਚ ਤੇ ਸਰਪੰਚ ਚੁਣਨ, ਤਾਂ ਕਿ ਉਹਨਾਂ ਨੂੰ 5 ਲੱਖ ਰੁਪਏ ਦੀ ਜਿਹੜੀ ਕੋਈ ਟਾਰਗੇਟ ਰੱਖਿਆ ਸਰ ਕਿ ਕਿੰਨੇ ਪਿੰਡਾਂ ਦੇ ਵਿੱਚ? ਮੈਂ ਗਰਗ ਸਾਹਿਬ ਵਿਚਾਲੇ ਰੋਕ ਰਿਹਾ, ਬਾਕੀ ਮਹਿਮਾਨਾਂ ਦਾ ਮੈਂ ਰੁਕ ਕਰਨਾ। ਕੋਈ ਟਾਰਗੇਟ ਹੈ ਕਿ ਕਿੰਨੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣ ਹੋ ਜਾਵੇ ਇਸ ਵਾਰ? ਕੋਈ ਟਾਰਗੇਟ ਰੱਖਿਆ? ਸਰ, ਜੇ ਤੁਸੀਂ ਟਾਰਗੇਟ ਦੀ ਗੱਲ ਕਰੋ, ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਤੇ ਸੁਪਨਾ ਹੈਗਾ, ਔਰ ਮੁੱਖ ਮੰਤਰੀ ਸਾਹਿਬ ਲਗਾਤਾਰ ਇਸ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਅਸੀਂ ਤੇ ਚਾਹੁੰਦੇ ਹਾਂ ਹਰ ਪਿੰਡ ਦੇ ਵਿੱਚ ਹੋਵੇ। ਤੁਹਾਨੂੰ ਯਾਦ ਹੋਏਗਾ ਜਦੋਂ ਐਮਪੀਸੀ ਸੰਗਰੂਰ ਦੇ ਉਦੋਂ ਤੇ ਉਹ ਜਾਨੀ ਕਿ ਮੁੱਖ ਮੰਤਰੀ ਵੀ ਨਹੀਂ ਹੈਗੇ ਸੀ, ਉਦੋਂ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਉਹਨਾਂ ਦੇ ਕਨਸਟੀਚੁਐਂਸੀ ਦੇ ਵਿੱਚੋਂ ਕੋਈ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਤਾਂ ਉਹਨੂੰ 2 ਲੱਖ ਰੁਪਏ ਦਾ ਜਿਹੜਾ ਹੈਗਾ ਗ੍ਰਾਂਟ ਦੇਣਗੇ, ਔਰ ਦਰਜਨਾਂ ਪਿੰਡਾਂ ਦੇ ਵਿੱਚ ਉਹ ਗ੍ਰਾਂਟ ਦਿੱਤੀ ਵੀ ਗਈ ਸੀ। ਠੀਕ ਹੈ, ਚਲੋ ਮੈਂ ਇੱਕ ਡੇਟਾ ਤੁਹਾਨੂੰ ਦੱਸਦਾ, ਇੱਕ ਅੰਕੜਾ ਦੱਸਦਾ। ਜਦੋਂ ਲਾਸਟ ਟਾਈਮ ਇਲੈਕਸ਼ਨਸ ਹੋਏ ਨੇ, ਉਸ ਸਮੇਂ 1860 ਸਰਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ। 1860, ਕਰੀਬ 13,276 ਪਿੰਡ ਨੇ ਪੰਜਾਬ 'ਚ। ਦੂਜਾ ਅੰਕੜਾ ਤੁਹਾਨੂੰ ਦੇ ਰਹੇ ਕਿ 22,203 ਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ। ਤਾਂ ਉਮੀਦ ਕਰਦੇ ਹਾਂ ਕਿ ਇਸ ਵਾਰ ਇਹ ਅੰਕੜਾ ਕ੍ਰਾਸ ਹੋਏਗਾ। 5 ਲੱਖ ਵਾਲੀ ਗ੍ਰਾਂਟ ਜਾਂ ਕਹੀਏ ਕਿ ਇਨਾਮੀ ਰਾਸ਼ੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਆਪਣੇ ਪਿੰਡ ਦਾ ਵਿਕਾਸ ਉਮੀਦ ਹੈ ਕਿ ਇਸ ਤੋਂ ਇਹ ਅੰਕੜਾ ਕਈ ਗੁਣਾ ਵੱਧ ਹੋਏਗਾ। ਚਲੋ ਠੀਕ ਹੈ ਸਰ, ਇਹ ਤਾਂ ਹੋਰ ਵਧੀਆ ਹੋ ਜਾਏਗਾ। ਕਈ ਗੁਣਾ ਦਾ ਮਤਲਬ ਤਾਂ ਹੋ ਗਿਆ ਕਿ ਆਲਮੋਸਟ ਅੱਧੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਹੋ ਜਾਵੇ। ਜੇ ਮਤਲਬ ਜੇ 1800 ਹੈ, 3600 ਹੋ ਗਿਆ ਜਾਂ 5400 ਹੋ ਗਿਆ, ਤਾਂ ਆਲਮੋਸਟ ਹਾਫ ਹੋ ਗਿਆ।
ਠੀਕ ਹੈ ਗੌਰਵ ਜੀ ਮੈਂ ਤੁਹਾਡੇ ਕੋਲ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਕੱਟ ਕੇ ਆ ਰਹੀ ਹੈ, ਪਰ ਮੈਨੂੰ ਤੁਹਾਡਾ ਕੁਝ ਚੀਜ਼ਾਂ ਸਮਝ ਆ ਰਹੀਆਂ ਨੇ। ਠੀਕ ਹੈ ਸਰ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਤੁਹਾਡੇ ਤੱਕ ਆਵਾਜ਼ ਜ਼ਰੂਰ ਸਾਫ਼ ਪਹੁੰਚੇ, ਉਸ ਦਾ ਧਿਆਨ ਰੱਖਣਗੇ। ਸਾਡੀ ਟੀਮ ਇਸ ਚੀਜ਼ ਨੂੰ ਜ਼ਰੂਰ ਦੇਖੇਗੀ। ਠੀਕ ਕਰਵਾ ਦਿਓ, ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਠੀਕ ਹੈ ਸਰ, ਠੀਕ ਹੈ। ਮੈਂ ਰੁਕ ਕਰਦਾ ਹਾਂ, ਸਾਡੇ ਨਾਲ ਕਲੇਰ ਸਾਹਿਬ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਕਲੇਰ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ? ਜਿਵੇਂ ਸਵਾਲ ਚੁੱਕੇ ਜਾ ਰਹੇ ਨੇ, ਸਰਕਾਰ ਕਹਿ ਰਹੀ ਕਿ ਕਾਨੂੰਨ ਦੇ ਮੁਤਾਬਿਕ ਸਭ ਕੁਝ ਕਰ ਰਹੇ ਹਾਂ, ਹਾਈ ਕੋਰਟ 'ਚ 8 ਪਟੀਸ਼ਨਾਂ ਪਹੁੰਚ ਗਈਆਂ, ਹਾਈ ਕੋਰਟ ਨੇ ਸਟੇ ਨਹੀਂ ਕੀਤਾ। ਗੌਰਵ ਜੀ ਦੇਖੋ, ਜਿਹੜੀ ਪੰਚਾਇਤੀ ਚੋਣ ਹੈ ਇਹ ਸਭ ਤੋਂ ਮੁੱਢਲੀ ਚੋਣ ਹੈ ਡੈਮੋਕ੍ਰੇਸੀ ਦੇ ਵਿੱਚ। ਜਿਹੜਾ ਪਹਿਲਾ ਸਟੈਪ ਪੰਚਾਇਤਾਂ ਦੀ ਚੋਣਾਂ ਨੇ, ਪਰ ਇੱਕ ਚੀਜ਼ ਸਾਨੂੰ ਬੜੇ ਸਪਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਚਾਹੇ ਪੰਜਾਬੀਆਂ ਦੇ ਖੂਨ ਵਿੱਚ ਹੀ ਰਾਜਨੀਤੀ ਹੈ, ਪਰ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਕਿਤੇ ਨਾ ਕਿਤੇ ਭਾਈਚਾਰਕ ਚੋਣਾਂ ਮੈਂ ਗਿਣਦਾ, ਮੇਰੇ ਨਿੱਜੀ ਵਿਚਾਰ ਨੇ ਕਿ ਪਿੰਡਾਂ ਦੇ ਵਿੱਚ ਇਹਦੇ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਵੋਟਾਂ ਪਾਉਂਦੇ ਨੇ। ਪਿੰਡਾਂ ਦੇ ਵਿੱਚ ਆਪਣੇ ਹੀ 2 ਧੜੇ ਹੁੰਦੇ ਨੇ, 3 ਧੜੇ ਕਹਿ ਲਓ ਕਿਸੇ ਪਿੰਡ ਦੇ ਵਿੱਚ ਹੋ ਸਕਦੇ ਨੇ। ਸੋ ਇਹ ਕਿਤੇ ਨਾ ਕਿਤੇ ਇੱਕ ਭਾਈਚਾਰਕ ਚੋਣ ਹੁੰਦੀ ਹੈ, ਪਾਰਟੀਆਂ ਦੇ ਇਹਦੇ ਵਿੱਚ ਬਾਹਲਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਪਰ ਅੱਜ ਜੋ ਕੁਝ ਸਰਕਾਰ ਨੇ ਕੀਤਾ, ਦੇਖੋ ਨੀਲ ਗਰਗ ਸਾਹਿਬ ਸਰਕਾਰ ਦੀ ਤਰਫੋਂ ਬੈਠੇ ਨੇ। ਮੇਰਾ ਪਹਿਲਾ ਸਵਾਲ ਤਾਂ ਨੀਲ ਗਰਗ ਸਾਹਿਬ ਨੂੰ ਇਹ ਹੈ ਕਿ ਜਿਹੜੀਆਂ ਪੰਚਾਇਤਾਂ ਦੇ ਹਲੇ 5 ਤੋਂ 6 ਮਹੀਨੇ ਦਾ ਸਮਾਂ ਪਿਆ ਸੀ, ਉਹਨਾਂ ਨੂੰ ਤੁਸੀਂ ਅੱਜ ਕਿਉਂ ਭੰਗ ਕੀਤਾ? ਤੁਸੀਂ ਕਹਿੰਦੇ ਹੋ ਸਰਕਾਰ ਦਾ ਪ੍ਰੈਰੋਗੇਟਿਵ ਹੈ, ਸਰਕਾਰ ਭੰਗ ਕਰ ਸਕਦੀ ਹੈ। ਅਗਰ 6 ਮਹੀਨੇ ਪਹਿਲਾਂ ਤੱਕ ਸਰਕਾਰ ਦਾ ਪ੍ਰੈਰੋਗੇਟਿਵ ਹੈ ਭੰਗ ਕਰਨ ਦਾ, ਤਾਂ ਸਰਕਾਰ ਦੀ ਜ਼ਿੰਮੇਵਾਰੀ ਵੀ ਨਾਲ ਹੈ ਕਿ ਨਾਲ ਹੀ ਨਾਲ ਚੋਣਾਂ ਕਰਾਈਆਂ ਜਾਣ। ਤੁਸੀਂ ਪੰਚਾਇਤਾਂ ਭੰਗ ਕਰਤੀਆਂ, ਚੋਣਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਮਾਂ ਨਿਰਧਾਰਿਤ ਆ ਉੱਥੋਂ ਹੀ ਹੋਣਗੀਆਂ, ਦਸੰਬਰ ਜਾਂ ਜਨਵਰੀ 'ਚ। ਤੁਸੀਂ ਟੇਢੇ ਢੰਗ ਦੇ ਨਾਲ ਆਪਣੇ ਲੋਕਾਂ ਦੇ ਹੱਥ ਕਮਾਨ ਦੇਣਾ ਚਾਹੁੰਦੇ ਹੋ ਪਿੰਡਾਂ ਦੇ ਵਿੱਚ, ਕਿਉਂਕਿ ਜਿਹੜਾ ਫੰਡ ਹੈ ਤੁਸੀਂ ਚਾਹੁੰਦੇ ਹੋ ਕਿ ਅਸੀਂ ਕੈਂਡੀਡੇਟ ਤਿਆਰ ਕਰੀਏ ਪਿੰਡਾਂ 'ਚ, ਕਿਉਂਕਿ ਤੁਸੀਂ ਪ੍ਰਬੰਧਕ ਲਾਤੇ। ਜਿਹੜੇ ਤੁਹਾਡੇ ਯੈਸਮੈਨ ਹੋਣਗੇ ਤੁਸੀਂ ਉਹਨਾਂ ਦੇ ਥਰੂ ਪਿੰਡਾਂ ਦੇ ਵਿੱਚ ਵੜਨਾ ਚਾਹੁੰਦੇ ਹੋ। ਜਿਹੜਾ ਅੱਜ ਦੀ ਸਥਿਤੀ 'ਚ, ਕਿਉਂਕਿ ਹੜ੍ਹਾਂ ਦੀ ਮਾਰ ਕਰਕੇ ਅੱਜ ਪੰਜਾਬ ਦੇ ਕੀ ਹਾਲਾਤ ਨੇ, ਸਰਕਾਰ ਦਾ ਵਿਰੋਧ ਹੈ, ਸਰਕਾਰ ਆਪਣੇ ਕੀਤੇ ਹੋਏ ਵਾਅਦੇ ਨਹੀਂ ਪੂਰੇ ਕਰ ਸਕੀ, ਉਹਦੇ ਕਰਕੇ ਸਰਕਾਰ ਦਾ ਵਿਰੋਧ ਹੈ। ਔਰ ਜਿਹੜਾ ਤੀਸਰਾ ਮੇਰਾ ਨੀਲ ਗਰਗ ਸਾਹਿਬ ਨੂੰ ਸਵਾਲ ਹੈ ਕਿ ਅਗਰ ਆਹੀ ਕੁਛ ਤੁਹਾਡੇ ਨਾਲ ਕੇਂਦਰ ਦੀ ਸਰਕਾਰ ਕਰੇ, ਉਹਦੇ ਬਾਰੇ ਕੀ ਜਵਾਬ ਹੈ? ਕੱਲ ਨੂੰ ਕੇਂਦਰ ਦੀ ਸਰਕਾਰ ਆਖਰੀ ਸਾਲ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੀ ਚੁਣੀ ਹੋਈ ਸਰਕਾਰ ਨੂੰ ਭੰਗ ਕਰ ਦੇ ਤੇ ਕਹੇ ਜੀ ਚੋਣਾਂ ਤਾਂ ਨਿਰਧਾਰਿਤ ਸਮੇਂ ਤੇ ਹੋਣਗੀਆਂ, ਇੰਨੇ ਗਵਰਨਰ ਸਾਹਿਬ ਕੰਮਕਾਜ ਦੇਖਣਗੇ। ਜੇ ਉਹ ਵੋਟਰਾਂ ਦੇ ਨਾਲ ਧੋਖਾ ਹੈ ਤਾਂ ਇਹ ਵੀ ਜਿਨ੍ਹਾਂ ਨੇ ਪੰਚਾਇਤਾਂ ਚੁਣੀਆਂ ਨੇ, ਉਹ ਵੋਟਰਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਇਹ ਸਰਕਾਰ ਕਰ ਰਹੀ ਹੈ। ਤੇ ਜਿਹੜੀ ਚੌਥੀ ਗੱਲ ਹੈ, ਇਹਦੇ ਨਾਲ ਜਿਹੜੀ ਲੋਕਾਂ ਨੂੰ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਦੇਖੋ ਸਰਪੰਚਾਂ ਜਿਹੜੀਆਂ ਪੰਚਾਇਤਾਂ ਭੰਗ ਹੋਣ ਦੇ ਨਾਲ ਤੁਸੀਂ ਕੋਈ ਰਜਿਸਟਰੀਆਂ ਦੀ ਤਸਦੀਕ ਨਹੀਂ ਕਰ ਸਕਦੇ, ਕਿਤੇ ਗਵਾਹੀਆਂ ਨਹੀਂ ਪੈ ਸਕਦੀਆਂ। ਹੁਣ ਉਹਦੇ ਬਾਰੇ ਇਹਨਾਂ ਨੇ ਕੀ ਕਹਿਣਾ? ਸੋ ਕਿਤੇ ਨਾ ਕਿਤੇ ਇਹ ਜਿਹੜਾ ਸਰਕਾਰ ਨੇ ਇੱਕ ਗੈਰ ਕਾਨੂੰਨੀ ਕਦਮ ਚੱਕਿਆ, ਮੈਂ ਅੱਜ ਕਹਿਣਾ ਕਿ ਠੀਕ ਹੈ ਤੁਹਾਡਾ ਪ੍ਰੈਰੋਗੇਟਿਵ ਹੈ। ਗੈਰ ਕਾਨੂੰਨੀ ਕਿਵੇਂ ਹੈ ਸਰ? ਤੁਸੀਂ ਅਗਰ ਪੰਚਾਇਤਾਂ ਭੰਗ ਕੀਤੀਆਂ ਨੇ ਤਾਂ ਤੁਸੀਂ ਨਾਲ ਦੀ ਨਾਲ ਚੋਣਾਂ ਕਰਾਓ। ਤੁਸੀਂ ਪ੍ਰਬੰਧਕ ਲਾਣ ਵਾਲਾ ਜਿਹੜਾ ਨਵਾਂ ਇੱਕ ਰਿਵਾਜ ਤੋੜ ਰਹੇ ਹੋ ਕਿ ਜੀ ਪੰਚਾਇਤਾਂ ਭੰਗ, ਚੋਣਾਂ ਨਿਰਧਾਰਿਤ ਸਮੇਂ ਤੇ ਅਸੀਂ ਉਰੇ ਪ੍ਰਬੰਧਕ ਲਾ ਰਹੇ ਹਾਂ, ਇਹ ਗੈਰ ਕਾਨੂੰਨੀ। ਔਰ ਜਿਹੜਾ ਪੰਜਵੀਂ ਗੱਲ, ਨੀਲ ਗਰਗ ਸਾਹਿਬ ਕਹਿੰਦੇ ਕਿ ਜੀ ਹਾਈ ਕੋਰਟ ਨੇ ਸਟੇ ਨਹੀਂ ਦਿੱਤੀ। ਮੈਂ ਇੱਕ ਗੱਲ ਕਲੀਅਰ ਕਰਦੇ, ਦੇਖੋ ਅਸੀਂ ਵੀ ਰੋਜ਼ ਕੋਰਟ ਦੇ ਵਿੱਚ ਹੀ ਰਹਿੰਦੇ ਆ। ਜਿਹੜੇ ਕੇਸਾਂ ਦੇ ਵਿੱਚ ਬਹੁਤ ਸ਼ਾਰਟ ਡੇਟ ਹੋਵੇ ਉੱਥੇ ਕਈ ਵਾਰ ਸਟੇ ਨਹੀਂ ਦਿੱਤੀ ਜਾਂਦੀ। ਤੁਹਾਡੀ ਤਰੀਕ ਕਿੰਨੀ ਹੈ? 28 ਤਰੀਕ। ਸੋ ਇੱਕ ਸ਼ਾਰਟ ਡੇਟ ਹੈ, ਹਾਈ ਕੋਰਟ ਦੇ ਵਿੱਚ ਮੈਟਰ ਸਬ ਜੁਡਿਸ ਹੈ। ਸੋ ਇਹ ਸਟੇਜ ਦੇ ਵਿੱਚ ਇਹ ਕਹਿਣਾ ਕਿ ਜੀ ਹਾਈ ਕੋਰਟ ਨੂੰ ਕੇਸਾਂ ਦੇ ਵਿੱਚ ਕੋਈ ਮੈਰਿਟ ਹੀ ਨਹੀਂ ਲੱਗਿਆ, ਨੀਲ ਗਰਗ ਸਾਹਿਬ ਇਹ ਵੀ ਬਿਲਕੁਲ ਗਲਤ ਹੈ। ਹਾਈ ਕੋਰਟ ਨੂੰ ਆਪਣਾ ਕੰਮ ਕਰਨ ਦਿਓ। ਤੁਸੀਂ ਲੋਕਾਂ ਨੂੰ ਜਵਾਬ ਦਿਓ ਕਿ ਅੱਜ ਅਗਰ ਪੰਜਾਬ ਦੇ ਵਿੱਚ ਤੁਸੀਂ ਚੁਣੀਆਂ ਹੋਈਆਂ ਪੰਚਾਇਤਾਂ, ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਤਰੀਕੇ ਘਰ ਭੇਜਦੇ ਹੋ, ਕਹਿਣਾ ਚਾਹ ਰਹੇ ਹੋ ਕਿਤੇ ਨਾ ਕਿਤੇ ਵੋਟਰਾਂ ਨਾਲ ਧੋਖਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੇ ਭੰਗ ਹੋ ਗਈਆਂ ਸੀ ਤਾਂ ਨਾਲ ਦੀ ਨਾਲ ਇਲੈਕਸ਼ਨ ਕਰਵਾ ਦਿੰਦੇ, ਕਿ ਭੰਗ ਕਰਕੇ ਤੈਅ ਸਮੇਂ ਤੇ ਇਲੈਕਸ਼ਨ ਕਰਵਾਉਣਾ ਇਹ ਗੈਰ ਕਾਨੂੰਨੀ? ਬਿਲਕੁਲ ਠੀਕ ਹੈ। ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ। ਗਰਗ ਸਾਹਿਬ ਇਕੱਠੇ ਤੁਸੀਂ ਜਵਾਬ ਦਿਓ। ਸਾਡੇ ਨਾਲ APS ਖੜਿਆਲ ਜੀ ਵੀ ਜੁੜ ਚੁੱਕੇ ਨੇ। ਐਡਵੋਕੇਟ APS ਖੜਿਆਲ ਜੀ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਖੜਿਆਲ ਸਾਹਿਬ ਸਵਾਗਤ ਹੈ। ਮੈਂ ਤੁਹਾਡੇ ਕੋਲ ਆਵਾਂਗਾ, ਪਰ ਪਹਿਲਾਂ ਇੱਕ ਵਾਰੀ ਚੰਨੀ ਸਾਹਿਬ ਦਾ ਰੁਖ ਕਰਵਾਂ। SS ਚੰਨੀ ਜੀ BJP ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਚੰਨੀ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਇਹ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਸੀਂ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਬਹੁਤ ਨੇੜੇ ਤੋਂ ਇਹ ਸਭ ਕੁਝ ਦੇਖਿਆ ਹੈ ਕਿ ਵਾਕਈ ਇਹ ਪਹਿਲੀ ਵਾਰ ਹੋ ਰਿਹਾ। ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੀ ਸਥਿਤੀ ਆਈ ਕਿ ਜਦੋਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ। ਦੇਖੋ ਗੌਰਵ, ਗੱਲ ਇਹ ਹੈਗੀ ਹੈ ਕਿ ਜਦੋਂ ਵੀ ਚਾਹੇ ਸਟੇਟ ਗਵਰਨਮੈਂਟ ਦੀ ਜਗ੍ਹਾ ਤੇ ਪ੍ਰੈਜ਼ੈਂਟ ਰੂਲ ਲਾਗੂ ਹੋਵੇ ਤੇ ਜਾਂ ਜਦੋਂ ਕਿਤੇ ਕੋਈ ਐਡਮਿਨਿਸਟ੍ਰੇਟਰ ਲੱਗਣ, ਕਿਉਂਕਿ ਇਹ ਜਿਹੜੇ ਉਹ ਸਭ ਤੋਂ ਬਹੁਤ ਮਾੜੀ ਤੇ ਮੰਦਭਾਗੀ ਇਹ ਗੱਲਾਂ ਇਹ ਮੰਨੀਆਂ ਗਈਆਂ ਨੇ ਜੀ, ਕਿਉਂਕਿ ਇਹ ਜਿਹੜੀਆਂ ਜਿਹੜੀ ਸਾਡੀ ਮਦਰ ਆਫ ਦੀ ਸਰ ਮੈਨੂੰ ਆਵਾਜ਼ ਹੀ ਨਹੀਂ ਆ ਰਹੀ ਕਿਸੇ ਉਹ ਸਾਡੀ ਪੰਚਾਇਤ ਹੈ। ਔਰ ਉਹ ਗ੍ਰਾਮ ਸਭਾ ਜਿਹੜੀ ਹੁੰਦੀ ਹੈ ਇੱਕ ਠੀਕ ਹੈ। ਗਰਗ ਸਾਹਿਬ ਦੇ ਕੋਲ ਆਵਾਜ਼ ਨਹੀਂ ਪਹੁੰਚਦੀ ਮੇਰੀ ਔਰ ਬਾਕੀ ਮਹਿਮਾਨਾਂ ਦੀ। ਮੈਂ ਆਪਣੀ ਟੀਮ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ, ਚਾਹੇ ਉਹਨਾਂ ਨੂੰ ਆਪਾਂ ਫੋਨ ਲਾਈਨ ਤੇ ਜੋੜ ਲਈਏ। ਠੀਕ ਹੈ ਚੰਨੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ।
ਹਾਂਜੀ, ਸੋ ਇਹ ਸਾਡੀ ਜਿਹੜੀ, ਮੈਂ ਤਾਂ ਇਹ ਕਹੂੰਗਾ ਕਿ ਜਿਹੜੀ ਡੈਮੋਕ੍ਰੇਸੀ ਦੀ ਮਦਰ ਹੈ ਜੀ ਜਿਹੜੀ ਪੰਚਾਇਤ ਹੈਗੀ, ਉਹਦਾ ਇਹਨਾਂ ਨੇ ਕਤਲ ਕਰਤਾ। ਔਰ ਇਸ ਕਰਕੇ ਤੁਸੀਂ ਦੇਖੋ, ਇਹ ਸਰਕਾਰ ਦਾ ਜੇ ਸਾਲ ਡੇਢ ਸਾਲ ਹੋਇਆ ਸਰਕਾਰ ਚੱਲਣੀ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੂੰ ਕਾਹਲ ਕਿਸ ਗੱਲ ਦੀ ਸੀ ਕਿ ਜਿਹੜਾ 6 ਮਹੀਨਿਆਂ ਦਾ ਟੈਨਿਓਰ ਰਹਿੰਦਾ ਹੈਗਾ ਜੀ, ਉਹਦੇ ਰਹਿੰਦੇ ਹੁੰਦਿਆਂ ਵੀ ਇਹਨਾਂ ਨੇ ਉਹ ਸਾਰੇ ਡਿਸੋਲਵ ਕਰਤੀਆਂ। ਤੇ ਜਿਹੜਾ ਆਰਡਰ ਵਨ ਲਾਈਨਰ ਹੈਗਾ ਉਹਦੇ ਵਿੱਚ ਕੋਈ ਇਹਨਾਂ ਨੇ ਕੋਈ ਫੈਕਟਸ ਜਾਂ ਕੋਈ ਰੀਜ਼ਨ ਕੁਝ ਨਹੀਂ ਦਿੱਤਾ। ਤੇ ਇਹ ਠੀਕ ਹੈ, ਪਾਵਰ ਹੈਗੀ ਆ ਉਹਦੇ ਐਕਟ ਦੇ ਵਿੱਚ, ਪਰ ਉਹ ਨਾਲ ਦੀ ਨਾਲ ਇਹ ਕਹਿੰਦਾ ਹੈ ਐਕਟ ਕਿ ਤੁਸੀਂ ਜਿਹੜਾ ਸ਼ਡਿਊਲ ਹੈਗਾ ਇਲੈਕਸ਼ਨ ਦਾ ਉਹ ਵੀ ਨਾਲ ਅਨਾਉਂਸ ਕਰੋਗੇ, ਫਿਰ ਤਾਂ ਗੱਲ ਸਮਝ ਆ ਸਕਦੀ ਹੈ। ਪਹਿਲੀ ਗੱਲ ਤਾਂ ਇਹਦੀ ਅਰਜੈਂਸੀ ਨਹੀਂ ਸਮਝ ਆਉਂਦੀ, ਕਿਉਂਕਿ ਕਿਹਨੇ ਕਿਹਾ ਵੀ ਤੁਸੀਂ ਪੰਚਾਇਤਾਂ ਨੂੰ ਡਿਸੋਲਵ ਕਰ ਦਿਓ। ਦੂਜੀ ਗੱਲ, ਜੇ ਕਰਨੀ ਹੈਗੀ ਤਾਂ ਫਿਰ ਤੁਸੀਂ ਉਹਦਾ ਜਿਹੜਾ ਸ਼ਡਿਊਲ ਹੈਗਾ ਇਲੈਕਸ਼ਨ ਦਾ ਉਹ ਕਿਉਂ ਨਹੀਂ ਬਣਾਇਆ। ਤੀਜੀ ਗੱਲ, ਜਿਹੜਾ ਹਾਈ ਕੋਰਟ ਦੇ ਵਿੱਚ ਕਿਹਾ, ਜੇ ਹਾਈ ਕੋਰਟ ਨੂੰ ਇਹਦੇ ਵਿੱਚ ਨਾ ਮੈਰਿਟ ਲੱਗਦੀ ਤਾਂ ਉਹ ਇੰਨੀ ਸ਼ਾਰਟ ਡੇਟ ਤੇ ਉਹਨਾਂ ਨੇ ਜਵਾਬ ਮੰਗਿਆ ਇਹਨਾਂ ਦਾ। ਔਰ ਹਮੇਸ਼ਾ ਜਿਹੜੀ ਇਹ ਸਰਕਾਰ ਹੈਗੀ ਹੈ, ਇਹਨਾਂ ਨੂੰ ਜਦੋਂ ਵੀ ਝਾੜ ਜਾਂ ਜੋ ਵੀ ਮਰਜ਼ੀ ਕਹਿ ਲਓ, ਦੇ ਆਰ ਬੀਇੰਗ ਸਲੈਪਡ ਬਾਈ ਦੀ ਆਨਰੇਬਲ ਕੋਰਟਸ ਓਨਲੀ, ਕਿ ਤੁਸੀਂ ਇਹੋ ਜਿਹੇ ਜਿਹੜੇ ਜਰਨੈਲੀ ਜਿਹੜੇ ਇਹੋ ਜਿਹੇ ਤੁਗਲਕੀ ਫੈਸਲੇ ਕਰਦੇ ਆ, ਇਹ ਨਹੀਂ ਇਨ ਦੀ ਇੰਟਰਸਟ ਆਫ ਦੀ। ਹੁਣ ਜਿਹੜੇ ਬੰਦੇ 5 ਸਾਲਾਂ ਸਿਲੈਕਟਡ ਹੋਏ ਨੇ ਉਹਨਾਂ ਦਾ ਕੀ ਕਸੂਰ ਹੈ, ਇੱਕ ਗੱਲ। ਦੂਜੀ ਗੱਲ, ਅਸੀਂ ਕਹਿ ਰਹੇ ਹਾਂ ਕਿ ਜੇ ਅਸੀਂ ਜੀ ਨਾਨ ਪਾਰਟੀਜ਼ਨ ਜਿਹੜੀਆਂ ਹੈਗੀਆਂ ਪੰਚਾਇਤਾਂ ਬਣਾਉਣੀਆਂ ਨੇ, ਠੀਕ ਹੈ। ਹੁਣ ਜਿਹੜੇ ਸਰਪੰਚਾਂ ਪੰਚਾਂ ਨੂੰ ਤੁਸੀਂ ਬਿਨਾਂ ਕਿਸੇ ਕਾਰਨ ਦੱਸੇ ਤੋਂ, ਉਹ ਤਾਂ ਐਕਸਪੈਕਟ ਕਰਦੇ ਸੀ ਵੀ ਸਾਨੂੰ ਕੋਈ ਆਨਰੇਰੀਆ ਮਿਲੇਗਾ, ਕੋਈ ਹੋਰ ਹੋਏਗਾ, ਅਸੀਂ ਪੈਸੇ ਖਰਚ ਕਰਾਂਗੇ, ਡਿਵੈਲਪਮੈਂਟ ਦੇ ਕੰਮ ਕਰਾਂਗੇ, ਉਹ ਤਾਂ ਤੁਸੀਂ ਪਾਰਟੀ ਬਣਾ ਲਏ। ਹੁਣ ਉਹ ਕਿੱਦਾਂ ਸਰਕਾਰ ਦੇ ਨਾਲ ਲੱਗ ਕੇ ਚੱਲਣਗੇ, ਜਾਂ ਉਹ ਇੱਕ ਨਿਊਟਰਲ ਬੰਦੇ ਇੱਕ ਧਿਰ ਬਣ ਕੇ ਰਹਿਣਗੇ ਜਿਨ੍ਹਾਂ ਦਾ ਤੁਸੀਂ ਆਪਣਾ ਇੱਕ ਕਾਤਲ ਨਾਲ ਹਮਲਾ ਹੀ ਕਰ ਦਿੱਤਾ ਉਹਨਾਂ ਤੇ। ਸੋ ਇਹ ਇਟ ਇਜ਼ ਨਾਟ ਇਨ ਦੀ ਡਿਜ਼ਾਇਰਡ ਇੰਟਰਸਟ, ਔਰ ਉਹਦੇ ਵਿੱਚ ਨਹੀਂ ਆਂਦਾ, ਕਿਉਂਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਕੋਈ ਕਿੱਥੇ ਭੱਜ ਚੱਲਿਆ, ਨਾ ਪੰਚਾਇਤਾਂ ਭੱਜ ਚੱਲੀਆਂ ਨੇ, ਨਾ ਸਰਕਾਰ ਭੱਜ ਚੱਲੀ ਹੈ। 2-3 ਮਹੀਨੇ ਹੋਰ ਲਗਾ ਕੇ ਤੁਸੀਂ ਆਰਾਮ ਨਾਲ ਸ਼ੁਰੂ, ਜਾਂ ਫਿਰ ਇਹਦੀ ਤਿਆਰੀ ਕੀ ਹੈ, ਜਾਂ ਤਾਂ ਸ਼ਡਿਊਲ ਨਾਲ ਦੀ ਨਾਲ ਦੇਣ, ਫਿਰ ਤਾਂ ਵਨ ਕੈਨ ਅੰਡਰਸਟੈਂਡ ਵੀ ਠੀਕ ਹੈ। ਤੇ ਜੇ ਸ਼ਡਿਊਲ ਹੀ ਨਹੀਂ ਹੈਗਾ, ਇਹ ਤਾਂ ਬਹੁਤ ਮਾੜੀ ਗੱਲ ਹੈਗੀ ਹੈ। ਇਟਸ ਨਾਟ ਗੋਇੰਗ ਟੂ ਗੋ ਵੈਰੀ ਵੈਲ ਵਿਦ ਦੀ ਪੀਪਲ ਐਟ ਲਾਰਜ। ਠੀਕ ਹੈ, ਮੈਂ ਇੱਕ ਵਾਰ ਖੜਿਆਲ ਸਾਹਿਬ ਦਾ ਰੁਕ ਕਰਦਾ ਔਰ ਹੋਪਫੁਲੀ ਆਵਾਜ਼ ਗਰਗ ਸਾਹਿਬ ਤੱਕ ਪਹੁੰਚਦੀ ਹੋਵੇ ਬਾਕੀ ਮਹਿਮਾਨਾਂ ਦੀ, ਕਿਉਂਕਿ ਉਹਨਾਂ ਨੇ ਆਨਸਰ ਕਰਨਾ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ। ਖੜਿਆਲ ਸਾਹਿਬ, ਕਾਂਗਰਸ ਇਸ ਨੂੰ, ਕਿਉਂਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਸੁਣ ਰਹੇ ਸੀ, ਉਹਨਾਂ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਧੋਖਾ ਕਰ ਦਿੱਤਾ। ਇਹ ਧੋਖਾ ਸ਼ਬਦ ਤੁਸੀਂ ਇਸਤੇਮਾਲ ਕਿਉਂ ਕਰ ਰਹੀ ਹੈ ਕਾਂਗਰਸ? ਪੁਆਇੰਟ ਨੰਬਰ 2 ਕਿ ਹਾਈ ਕੋਰਟ ਜਾ ਰਹੇ ਹੋ, ਸਾਬਕਾ ਸੀਐਮ ਇਹ ਜ਼ਿਕਰ ਕਰ ਰਹੇ ਨੇ ਕਿ ਹਾਈ ਕੋਰਟ ਦਾ ਅਸੀਂ ਰੁਕ ਕਰਾਂਗੇ। ਸਰਕਾਰ ਤਾਂ ਕਲੀਅਰ ਕਰ ਰਹੀ ਹੈ ਕਿ ਜਿੱਥੇ ਹਰਪਾਲ ਚੀਮਾ ਦੀ ਸਟੇਟਮੈਂਟ ਤੁਸੀਂ ਸੁਣੀ ਹੋਏਗੀ ਕਿ ਤੁਸੀਂ ਅਦਾਲਤ ਦਾ ਰੁਕ ਕਰਨਾ ਤਾਂ ਕਰ ਲਓ। ਧੰਨਵਾਦ ਗੌਰਵ ਜੀ। ਦੇਖੋ ਗੌਰਵ ਜੀ, ਜਿਵੇਂ ਸੈਂਟਰ ਦਾ ਟੈਨਿਓਰ ਹੁੰਦਾ ਹੈ ਜੀ, ਸਟੇਟ ਦੀ ਸਰਕਾਰ ਦਾ ਟੈਨਿਓਰ ਹੁੰਦਾ ਹੈ, ਉਵੇਂ ਪੰਚਾਇਤ ਦਾ ਵੀ ਟੈਨਿਓਰ ਹੁੰਦਾ ਹੈ 5 ਸਾਲ ਦਾ। ਤੇ ਜੇ 5 ਸਾਲ ਦਾ ਟੈਨਿਓਰ ਹੈਗਾ ਹੈ, ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ, ਤੇ ਪੰਚਾਇਤ ਜਿਹੜਾ ਐਕਟ ਵੀ ਹੈਗਾ 1994 ਦਾ, ਤੇ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਕਨਸਟੀਟਿਊਸ਼ਨ ਤੇ ਪੰਚਾਇਤੀ ਰਾਜ ਐਕਟ ਨੂੰ ਵਾਇਲੇਟ ਕਰ ਰਹੀ ਹੈ? ਟੈਨਿਓਰ ਨੂੰ ਪਹਿਲਾਂ ਹੀ ਡਿਸੋਲਵ ਕਰਕੇ, ਅਜੇ 5 ਮਹੀਨੇ ਪਏ ਸੀ ਗੌਰਵ ਜੀ, ਉਹਦੇ ਬਾਵਜੂਦ ਇਹਨਾਂ ਨੇ ਡਿਸੋਲਵ ਕਰਤੀ। ਹੁਣ ਆਪਣਾ ਸਵਾਲ ਇਹ ਹੈ ਸਰਕਾਰ ਨੂੰ ਕਿ ਆ 5 ਮਹੀਨਿਆਂ ਦੇ ਵਿੱਚ ਲੋਕ ਜਿਹੜੇ ਉਹਨਾਂ ਦੇ ਇਸ਼ੂਜ਼ ਹੈ, ਜਿਹੜੇ ਉਹਨਾਂ ਦੀਆਂ ਗ੍ਰੀਵੈਂਸਸ ਹੈ, ਕਿਹਦੇ ਕੋਲੇ ਲੈ ਕੇ ਜਾਣਗੇ? ਸਵਾਲ ਨੰਬਰ 1, ਕਿਉਂਕਿ ਸਰਕਾਰ ਤਾਂ ਬਿਜ਼ੀ ਹੈ ਛੱਤੀਸਗੜ੍ਹ ਜਾਣ ਦੇ ਵਿੱਚ, ਇਲੈਕਸ਼ਨ ਗੋਇੰਗ ਸਟੇਟਸ ਦੇ ਵਿੱਚ ਜਾਣ ਚ ਸਰਕਾਰ ਬਿਜ਼ੀ ਹੈ। ਦੇਅਰਫੋਰ ਮੈਂ, ਚੰਨੀ ਸਾਹਿਬ ਕਾਈਂਡਲੀ ਇੰਟਰਪਟ ਨਾ ਕਰੋ, ਆਵਾਜ਼ ਆ ਰਹੀ ਹੈ ਬਹੁਤ ਜ਼ਿਆਦਾ। ਸੋ ਦੂਜੀ ਗੱਲ ਇਹ ਹੈ ਗੌਰਵ ਜੀ ਕਿ ਸਰਕਾਰ ਬਿਜ਼ੀ ਹੈ ਆਪਦੇ ਕੈਂਪੇਨਿੰਗ ਦੇ ਵਿੱਚ, ਆਪਦੀ ਐਡਵਰਟਾਈਜ਼ਿੰਗ ਦੇ ਵਿੱਚ। ਸਰਪੰਚ ਜਿਹੜੇ ਲੈਵਲ ਤੇ ਕੁਝ ਕੰਮ ਕਰਦੇ ਸੀਗੇ, ਇਹਨਾਂ ਨੇ ਉਹਨਾਂ ਨੂੰ ਵੀ ਦੂਰ ਕਰਤਾ ਲੋਕਾਂ ਤੋਂ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਲੈਕਚਰ ਦਿੰਦੀ ਹੁੰਦੀ ਸੀਗੀ ਕਿ ਤੁਸੀਂ ਡੰਡਾ ਤੰਤਰ ਬਣਾ ਰਹੇ ਹੋ, ਭੈ ਤੰਤਰ ਬਣਾ ਰਹੇ ਹੋ, ਲੋਕਤੰਤਰ ਖਤਮ ਕਰ ਰਹੇ ਹੋ। ਉਹੀ ਆਮ ਆਦਮੀ ਪਾਰਟੀ ਬੀਜੇਪੀ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ। ਮੈਂ ਕਹਿੰਦਾ ਬੀਜੇਪੀ ਵੀ 2 ਕਦਮ ਪਿੱਛੇ ਛੱਡ ਗਈ ਹੈ। ਦੂਜੀ ਗੱਲ ਗੌਰਵ ਜੀ, ਜਦੋਂ ਇਹ ਚੀਜ਼ ਕਰਦੇ ਤੇ ਹੁੰਦਾ ਕੀ ਹੈ, ਇੱਕ ਤਾਂ ਜਿਹੜੇ ਸਰਪੰਚ ਹੈ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਵਾਇਲੇਟ ਹੁੰਦਾ ਹੈ, ਉਹ ਇਲੈਕਟ ਹੋਏ ਹੈ, ਦੇ ਹੈਵ ਬੀਨ ਇਲੈਕਟਡ ਬਾਈ ਦ ਪੀਪਲ, ਤੁਸੀਂ ਉਹਨਾਂ ਨੂੰ ਅੰਡਰਮਾਈਨ ਕਰ ਰਹੇ ਹੋ, ਲੋਕਾਂ ਨੂੰ ਅੰਡਰਮਾਈਨ ਕਰ ਰਹੇ ਹੋ, ਸਾਡੇ ਸੰਵਿਧਾਨ ਨੂੰ, ਸਾਡੇ ਲੋਕਤੰਤਰ ਨੂੰ, ਸਾਡੇ ਕਾਨੂੰਨ ਨੂੰ, ਸਾਰੀਆਂ ਚੀਜ਼ਾਂ ਨੂੰ ਅੰਡਰਮਾਈਨ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ। ਤੇ ਇੱਕ ਫਾਇਦਾ ਤਾਂ ਦੱਸ ਦੋ, ਇੱਕ ਫਾਇਦਾ ਕੀ ਹੋਇਆ ਇਸ ਚੀਜ਼ ਨਾਲ? ਤੇ 5 ਮਹੀਨਿਆਂ ਜਾਂ ਤਾਂ ਹੁੰਦਾ ਗੌਰਵ ਜੀ ਕਿ ਇਲੈਕਸ਼ਨ ਕਰਾਉਣਾ ਹੁੰਦਾ ਇਹਨਾਂ ਨੇ ਨਾਲ ਦੀ ਨਾਲ, ਸਮਝ ਆਉਂਦਾ ਸੀਗਾ, ਲੇਕਿਨ 5 ਮਹੀਨੇ ਦਾ ਜਿਹੜਾ ਵੋਇਡ ਹੈ ਉਹ ਵੋਇਡ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ। ਮਤਲਬ ਇਹ ਬੀਜੇਪੀ ਹੁੰਦੇ ਸੀਗੇ ਇਲੈਕਸ਼ਨ ਕਰਾਉਣਾ ਬੰਦ ਕਰ ਦੇਣਗੇ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ 5 ਮਹੀਨੇ ਆਪ ਨਹੀਂ ਇਲੈਕਸ਼ਨ ਹੁੰਦੇ ਰਹੇ। ਮੈਨੂੰ ਦੱਸਣ ਇਹ ਕਿਉਂ? ਦੂਜੀ ਗੱਲ,
ਗੌਰਵ ਜੀ ਤੁਸੀਂ ਇਹ ਦੇਖੋ ਕਿ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੈ ਉਹ ਵੀ ਬੰਦ ਕਰ ਦਿੱਤੀਆਂ ਗਈਆਂ। ਠੀਕ ਹੈ, ਮਤਲਬ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਵੀ ਫਾਈਨੈਂਸ਼ੀਅਲ ਜੇ ਕੋਈ ਡਿਵੈਲਪਮੈਂਟ ਕਰਨੀ ਹੈ, ਕਿਤੇ ਕਿਸੇ ਪਿੰਡ 'ਚ ਬਹੁਤ ਵੱਡਾ ਕੋਈ ਨੁਕਸਾਨ ਹੈ, ਕੋਈ ਚੀਜ਼ ਹੈ ਜਿੱਥੇ ਪੈਸਾ ਲਾਉਣ ਦੀ ਲੋੜ ਹੈ, ਤੁਸੀਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਤਾਂ ਰੋਕਤੀਆਂ, ਉੱਥੇ ਹੁਣ ਕਿਵੇਂ ਕੁਝ ਹੋਊਗਾ? ਕਿਵੇਂ ਉਹ ਕਹਿੰਦੇ ਜਿਹੜੇ ਵਿਕਾਸ ਦੇ